ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਵਜੀਦ ਜੀ ਦੇ ਸ਼ਲੋਕ ਦਾ ਭਾਗ 3 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਦੇ ਲਈ ਹਾਜ਼ਰ ਹੋਏ ਹਾਂ। ਜੋ ਵਿਦਿਆਰਥੀ ਇਸ ਚੈਨਲ 'ਤੇ ਨਵੇਂ ਜੁੜੇ ਹਨ, ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਔਰ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਤੋਂ ਪਹਿਲਾਂ ਅਸੀਂ ਵਜੀਦ ਜੀ ਦੇ ਸ਼ਲੋਕਾਂ ਦਾ ਭਾਗ 1 ਅਤੇ 2 ਦੀਆਂ ਵੀਡੀਓ ਵੀ ਸਾਂਝੀਆਂ ਕਰ ਚੁੱਕੇ ਹਨ। ਇਹਨਾਂ ਵੀਡੀਓ ਨੂੰ ਲਿੰਕ ਜੋੜਨ ਦੇ ਲਈ, ਲੜੀ ਜੋੜਨ ਦੇ ਲਈ ਵੇਖਣਾ ਨਾ ਭੁੱਲਣਾ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਬਾਬਾ ਵਜੀਦ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ, ਜਿਵੇਂ ਕਿ ਪਹਿਲੀਆਂ ਵੀਡੀਓ ਦੇ ਵਿੱਚ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਮਾਜਿਕ ਨਾ ਬਰਾਬਰੀ ਦੇ ਵਿਰੁੱਧ, ਆਰਥਿਕ ਕਾਣੀ ਵੰਡ ਦੇ ਵਿਰੁੱਧ ਆਪਣਾ ਆਵਾਜ਼ ਜੋ ਹੈ ਆਪਣੇ ਸ਼ਲੋਕਾਂ ਦੇ ਵਿੱਚ ਬੜੇ ਵਿਅੰਗਾਤਮਕ ਰੂਪ ਦੇ ਵਿੱਚ ਉਠਾਈ ਹੈ। ਬਾਬਾ ਵਜੀਦ ਜੀ ਲਿਖਦੇ ਹਨ ਕਿ ਕੰਜਰੀਆਂ ਤੇ ਭੰਡਾਂ ਮਿਲਦੇ ਮਾਲ ਜਰ। ਕੰਜਰੀਆਂ ਤੋਂ ਭਾਵ ਹੈ ਜੋ ਸਮਾਜ ਦਾ ਦੁਰਾਚਾਰੀ ਤਬਕਾ ਹੈ, ਔਰ ਭੰਡ ਜੋ ਨਕਲਾਂ ਕਰਕੇ ਸਮਾਜ ਦਾ ਮਨੋਰੰਜਨ ਕਰਦੇ ਹਨ। ਭਾਵ ਇਹਨਾਂ ਦੇ ਜੋ ਕਰਮ ਹਨ ਉਹੀ ਇਹਨਾਂ ਦੀ ਉਪਜੀਵਿਕਾ ਦਾ ਸਾਧਨ ਹਨ, ਜਿਸ ਸਦਕਾ ਇਹਨਾਂ ਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਹੁੰਦੀ। ਦੂਜੇ ਪਾਸੇ ਬੈਲ ਉਠਾਇਨ ਭਾਰ ਕੇ ਘੋੜੇ ਖਾਹੇ ਕਰ। ਬੈਲ ਜੋ ਹਨ ਉਹ ਨਿਰੰਤਰ ਭਾਰ ਢੋਂਦੇ ਹਨ, ਔਰ ਘੋੜੇ ਵੀ ਜੋ ਹੈ ਉਹ ਮੈਦਾਨੀ ਜੰਗ ਦੇ ਵਿੱਚ ਵੀ ਕੰਮ ਆਉਂਦੇ ਹਨ। ਗਧਿਆਂ 'ਤੇ ਵੀ ਭਾਰ ਢੋਇਆ ਜਾਂਦਾ ਹੈ। ਖਰ ਤੋਂ ਭਾਵ ਗਧਾ ਵੀ ਹੈ। ਅਤੇ ਦੂਜੇ ਪਾਸੇ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਤਿੰਨਾਂ ਦਾ ਜੋ ਖਾਸ ਹੈ ਉਹ ਵੱਖਰਾ ਹੈ। ਭਾਵ ਬੈਲ ਜਿਹੜੇ ਹਨ ਮਨੁੱਖ ਦੇ ਜ਼ਿਆਦਾ ਜੋ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਭਾਰ ਵੰਡਾਉਂਦੇ ਹਨ, ਪਰ ਇਹਨਾਂ ਨੂੰ ਰੁੱਖੀ ਸੁੱਖੀ ਤੂੜੀ ਹੀ ਮਿਲਦੀ ਹੈ। ਅਤੇ ਘੋੜੇ ਅਤੇ ਗਧੇ ਜਿਹੜੇ ਹਨ ਇਹਨਾਂ ਨੂੰ ਖਾਣ ਦੇ ਲਈ ਖਲ ਵੀ ਜੋ ਹੈ ਹਾਜ਼ਰ ਕੀਤੀ ਜਾਂਦੀ ਹੈ। ਬ੍ਰਾਹਮਣ ਅਤੇ ਸੱਯਦ ਫਿਰਦੇ ਦਰੋ ਦਰ। ਫਿਰ ਦੂਜੇ ਪਾਸੇ ਬ੍ਰਾਹਮਣ ਜੋ ਕਿ ਹਮੇਸ਼ਾ ਜਿਨ੍ਹਾਂ ਨੂੰ ਜੋ ਆਪਣੇ ਆਪ ਨੂੰ ਬਹੁਤ ਉੱਚਾ ਸਮਾਜ ਨਾਲੋਂ ਵੱਖਰਾ ਨਿਵੇਕਲਾ ਸਮਝਦੇ ਹਨ, ਕਿਉਂਕਿ ਉਹ ਆਪਣੇ ਆਪ ਨੂੰ ਉੱਚੀ ਕੁੱਲ ਦੇ ਸਮਝਦੇ ਹਨ। ਬ੍ਰਾਹਮਣ ਅਤੇ ਸੱਯਦ ਫਿਰਦੇ ਦਰੋ ਦਰ। ਭਾਵ ਜੋ ਬ੍ਰਾਹਮਣ ਅਤੇ ਸੱਯਦ ਜੋ ਕਿ ਪ੍ਰਭੂ ਦੇ ਭਗਤ ਹਨ, ਇਹਨਾਂ ਨੂੰ ਆਪਣੇ ਪੇਟ ਦੀ ਪਾਲਣਾ ਦੇ ਲਈ ਦਰ ਦਰ ਭਟਕਣਾ ਪੈਂਦਾ ਹੈ। ਕਹਿਣ ਦਾ ਭਾਵ ਇਹ ਹੈ ਬਾਬਾ ਵਜੀਦ ਜੀ ਦਾ ਕਿ ਜੋ ਸਮਾਜ ਦੇ ਦੁਰਾਚਾਰੀ ਤਬਕਾ ਹੈ, ਇਹਨਾਂ ਦੇ ਕੋਲ ਤਾਂ ਧਨ ਦੌਲਤ ਦੀ ਕੋਈ ਕਮੀ ਨਹੀਂ ਹੈ। ਅਤੇ ਦੂਜੇ ਪਾਸੇ ਜਿਹੜੇ ਬ੍ਰਾਹਮਣ ਔਰ ਸੱਯਦ ਹਨ ਜੋ ਪ੍ਰਭੂ ਦੇ ਭਗਤ ਹਨ, ਇਹਨਾਂ ਨੂੰ ਆਪਣਾ ਪੇਟ ਭਰਨ ਦੇ ਲਈ ਵੀ ਦਰ ਦਰ ਦੇ ਧੱਕੇ ਖਾਣੇ ਪੈਂਦੇ ਹਨ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ, ਇੰਜ ਕਰ। ਉਸ ਸਾਹਿਬ ਨੂੰ, ਉਸ ਪਰਮਾਤਮਾ ਦੇ ਅੱਗੇ ਕਿਹੜਾ ਪ੍ਰਸ਼ਨ ਚਿੰਨ੍ਹ ਲਾਵੇ ਕਿ ਹੇ ਪਰਮਾਤਮਾ, ਤੂੰ ਆਪਣੇ ਭਗਤਾਂ ਦੇ ਨਾਲ ਆਪਣੇ ਪਿਆਰਿਆਂ ਨੂੰ ਜੋ ਹੈ ਦਰ ਦਰ ਦਾ ਭਿਖਾਰੀ ਕਿਉਂ ਬਣਾ ਦਿੱਤਾ ਹੈ। ਉਹ ਗਜ਼ਾ ਕਰਕੇ, ਖੈਰ ਮੰਗ ਕੇ ਜੋ ਹੈ ਆਪਣਾ ਪੇਟ ਪਾਲਦੇ ਹਨ ਉਹਨਾਂ। ਅਤੇ ਦੂਜੇ ਪਾਸੇ ਜੋ ਭਾਵ ਇਹ ਜੋ ਸੱਯਦ ਲੋਕ ਹਨ ਇਹ ਚੰਗੇ ਕਰਮ ਕਰਦੇ ਹਨ, ਤਾਂ ਵੀ ਇਹਨਾਂ ਨੂੰ ਦਰ ਦਰ ਭਟਕਣਾ ਪੈਂਦਾ ਹੈ। ਅਤੇ ਜੋ ਦੁਰਾਚਾਰੀ ਵਰਗ ਦੇ ਲੋਕ ਹਨ, ਇਹਨਾਂ ਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਹੈ। ਕਿ ਹੇ ਪਰਮਾਤਮਾ, ਤੇਰੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਅਜਿਹੀ ਕਾਣੀ ਵੰਡ ਕਿਉਂ ਹੈ, ਅਜਿਹਾ ਅਨਿਆਂ ਕਿਉਂ ਹੈ। ਮਨੁੱਖ ਸੋਚਦਾ ਤਾਂ ਹੈ ਇਹਨਾਂ ਗੱਲਾਂ ਦੇ ਬਾਰੇ, ਪਰ ਉਹ ਉਸ ਕਾਦਰ ਨੂੰ ਕੁਝ ਕਹਿ ਨਹੀਂ ਸਕਦਾ, ਉਸ ਸਾਹਿਬ ਨੂੰ, ਉਸ ਪਰਮਾਤਮਾ ਨੂੰ। ਸ਼ੱਕਰ ਤੇ ਮਲੀਦਾ ਮਿਲੈ ਪਰਾਈਆਂ। ਇਸੇ ਤਰ੍ਹਾਂ ਬਾਬਾ ਵਜੀਦ ਜੀ ਨੇ ਲਿਖਿਆ ਹੈ ਕਿ ਸ਼ੱਕਰ ਤੇ ਮਲੀਦਾ, ਸ਼ੱਕਰ ਚੰਗੇ ਚੁੱਕੇ ਪਦਾਰਥ, ਮਲੀਦਾ ਚੂਰੀਆਂ ਖਾਣ ਨੂੰ ਮਿਲਦੀਆਂ ਹਨ। ਭਾਵ ਇਹ ਜੋ ਤਬਕਾ ਹੈ ਪਰਾਈਆਂ, ਯਾਨੀ ਕਿ ਪਰਾਈ ਇੱਕ ਇਸਲਾਮ ਦੇ ਵਿੱਚ ਵਿਸ਼ੇਸ਼ ਤਬਕਾ ਹੈ ਜਿਸ ਦੀ ਬਹੁਤ ਸੇਵਾ ਕੀਤੀ ਜਾਂਦੀ ਹੈ। ਬੜਾ ਉਹਨਾਂ ਦਾ ਆਪ ਭਗਤ ਹੁੰਦਾ ਹੈ। ਚੰਗੇ ਚੋਖੇ ਪਦਾਰਥ ਉਹਨਾਂ ਨੂੰ ਖਾਣ ਨੂੰ ਦਿੱਤੇ ਜਾਂਦੇ ਹਨ। ਪਰ ਦੂਜੇ ਪਾਸੇ ਕੌਡੀ ਕੌਡੀ ਮਿਲਦੀ ਗੁਰ ਗੁਸਾਈਆਂ। ਜੋ ਗੁਸਾਈ ਤੋਂ ਭਾਵ ਹੈ ਜੋ ਫਕੀਰ ਹਨ, ਜੋ ਪੀਰ ਫਕੀਰ ਹਨ, ਜੋ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਹਨ ਗੁਸਾਈ ਲੋਕ, ਉਹ ਜਿਹੜੇ ਨੇ ਕੌਡੀ ਕੌਡੀ ਦੇ ਲਈ ਮੁਹਤਾਜ ਨੇ। ਭਾਵ ਇੱਕ ਇਸਲਾਮ ਧਰਮ ਹੈ, ਉਸ ਦੇ ਵਿੱਚ ਜੋ ਪਰਾਈ ਲੋਕ ਨੇ ਇਹ ਵੀ ਜੋ ਹੈ ਇੱਕ ਕਿਸਮ
ਦਾ ਖਾਸ ਵਰਗ ਹੈ ਜਿਨ੍ਹਾਂ ਦੀ ਖੂਬ ਜੋ ਹੈ ਸੇਵਾ ਕੀਤੀ ਜਾਂਦੀ ਹੈ ਖਾਣ ਪੀਣ ਦੀ। ਦੂਜੇ ਪਾਸੇ ਹਿੰਦੂ ਧਰਮ ਦੇ ਵਿੱਚ ਜੋ ਗੋਸਾਈ ਨੇ ਉਹ ਕੌਡੀ ਕੌਡੀ ਦੇ ਲਈ ਮੁਹਤਾਜ ਨੇ। ਗੰਗਾ ਨੀਰ ਤਿਆਗਣ ਪੂਜਨ ਹੋਰ ਸਰ, ਭਾਵ ਹਿੰਦੂ ਧਰਮ ਦੇ ਵਿੱਚ ਜੋ ਹੈ ਗੰਗਾ ਇੱਕ ਬਹੁਤ ਵੱਡੀ ਪੂਜਨਯੋਗ ਨਦੀ ਹੈ। ਗੰਗਾ ਜਲ ਦੀ ਜਿਹੜੀ ਹੈ ਪੂਜਾ ਕੀਤੀ ਜਾਂਦੀ ਹੈ। ਗੰਗਾ ਜਲ ਨੂੰ ਬੜਾ ਪਵਿੱਤਰ ਸਮਝਿਆ ਜਾਂਦਾ ਹੈ। ਗੰਗਾ ਦੀ ਪੂਜਾ ਹੁੰਦੀ ਹੈ। ਗੰਗਾ ਨੀਰ ਤਿਆਗਣ ਪੂਜਨ ਹੋਰ ਸਰ, ਪਰ ਜਦੋਂ ਇੱਕ ਵਿਸ਼ੇਸ਼ ਤਬਕੇ ਦੀ ਜੋ ਹੈ ਆਪਣੇ ਧਰਮ ਦੇ ਵਿੱਚ ਅਵੇਲਨਾ ਹੋਵੇਗੀ ਅਤੇ ਉਹ ਫਿਰ ਉਹਨਾਂ ਦਾ ਜੇਕਰ ਕੌਡੀ ਕੌਡੀ ਲਈ ਉਹਨਾਂ ਨੂੰ ਮੁਹਤਾਜ ਹੋਣਾ ਪਏਗਾ। ਆਪਣੇ ਖਾਣ ਪੀਣ ਦੀਆਂ ਜੋ ਰੋਜ਼ਮर्रा ਦੀਆਂ ਜ਼ਰੂਰਤਾਂ ਵੀ ਜਦੋਂ ਉਹਨਾਂ ਦੀਆਂ ਪੂਰੀਆਂ ਨਹੀਂ ਹੋਣਗੀਆਂ ਅਤੇ ਉਹਨਾਂ ਨੇ ਜੋ ਹੈ ਇਸ ਗੰਗਾ ਜਲ ਨੂੰ ਫਿਰ ਤਿਆਗਣਾ ਹੀ ਹੈ। ਉਹਨਾਂ ਦਾ ਆਪਣੇ ਧਰਮ ਤੋਂ ਵਿਸ਼ਵਾਸ ਉੱਠਣਾ ਹੀ ਹੈ ਅਤੇ ਉਹਨਾਂ ਨੇ ਆਪਣੇ ਪੇਟ ਦੀ ਖਾਤਰ ਜੋ ਹੈ ਭਾਵੇਂ ਉਹਨਾਂ ਨੂੰ ਆਪਣਾ ਧਰਮ ਪਰਿਵਰਤਿਤ ਕਰਨਾ ਪਵੇ, ਉਹ ਕੁਦਰਤੀ ਗੱਲ ਹੈ ਕਿ ਗੰਗਾ ਨੂੰ ਤਿਆਗ ਕੇ ਕਿਸੇ ਹੋਰ ਸਰੋਵਰ ਦੀ ਪੂਜਾ ਉਹ ਕਰ ਸਕਦੇ ਹਨ। ਪਰ ਉਹਨਾਂ ਦੇ ਲਈ ਆਪਣੇ ਪੇਟ ਨੂੰ ਭਰਨ ਦੇ ਲਈ ਸਭ ਤੋਂ ਮੁੱਖ ਲੋੜ ਜੋ ਅੰਨ ਦੀ ਹੈ ਉਸ ਦੇ ਪ੍ਰਤੀ ਜੋ ਹੈ ਸਮਾਜ ਦਾ ਧਿਆਨ ਨਾ ਹੋਣ ਸਦਕਾ ਉਹ ਕੌਡੀ ਕੌਡੀ ਦੇ ਲਈ ਮੁਹਤਾਜ ਹਨ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਇਸ ਸਮੱਸਿਆ ਵੱਲ, ਜੋ ਕਿ ਬੜੀ ਗਹਿਨ ਸਮੱਸਿਆ ਹੈ, ਇਸ ਵੱਲ ਇਸ ਬਾਰੇ ਕੋਈ ਮਨੁੱਖ ਜੋ ਹੈ ਉਸ ਸਾਹਿਬ ਨੂੰ, ਉਸ ਪਰਮਾਤਮਾ ਨੂੰ ਕਿਵੇਂ ਕਹਿ ਸਕਦਾ ਹੈ ਕਿ ਸਮਾਜ ਦੇ ਵਿੱਚ ਜੋ ਹੈ ਇਸ ਤਰ੍ਹਾਂ ਦੀ ਵਰਗ ਵੰਡ ਕਿਉਂ ਬਣਾਈ ਹੋਈ ਹੈ ਕਿ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਸਮਾਜ ਦੇ ਦੁਰਕਾਰੇ ਹੋਏ ਨੀਵੇਂ ਸਮਝਿਆ ਜਾਂਦਾ ਹੈ, ਔਰ ਉਹ ਲੋਕ ਜਿਹੜੇ ਨੇ ਆਪਣੇ ਪੇਟ ਦੀ ਭੁੱਖ ਨੂੰ ਮਿਟਾਉਣ ਦੇ ਲਈ ਵੀ ਮੁਹਤਾਜ ਹਨ। ਅਤੇ ਉਹਨਾਂ ਦੀ ਅਜਿਹੀ ਸਥਿਤੀ ਕਿਉਂ ਹੈ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ, ਇਸ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ, ਕਿਉਂਕਿ ਮਨੁੱਖ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਇਹ ਮਨੁੱਖ ਦੇ ਨਾਲ ਅਜਿਹਾ ਇਸ ਸਮਾਜ ਦੇ ਵਿੱਚ ਵਤੀਰਾ ਮਨੁੱਖ ਦੁਆਰਾ ਹੀ ਕਿਉਂ ਕੀਤਾ ਜਾਂਦਾ ਹੈ, ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਨਾ ਕਰ ਖੁਦੀ ਗੁਮਾਨ ਮਰ ਜਾਏਗਾ। ਫਿਰ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਤੂੰ ਆਪਣੀ ਖੁਦੀ ਦਾ ਭਾਵ ਇੰਨਾ ਗੁਮਾਨ ਨਾ ਕਰ ਆਪਣੀਆਂ ਪ੍ਰਾਪਤੀਆਂ ਦਾ, ਆਪਣੀ ਜਾਤ ਦਾ, ਆਪਣੇ ਧਰਮ ਦਾ, ਕਿਉਂਕਿ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਜੋ ਹੈ ਸਭ ਇੱਕੋ ਹੀ ਹਨ। ਨਾ ਕਰ ਖੁਦੀ ਗੁਮਾਨ, ਇਸ ਲਈ ਹੇ ਮਨੁੱਖ, ਤੂੰ ਆਪਣੇ ਸੁਹੱਪਨ 'ਤੇ, ਆਪਣੀ ਜਵਾਨੀ 'ਤੇ, ਆਪਣੇ ਪ੍ਰਾਪਤੀਆਂ 'ਤੇ ਇੰਨਾ ਗੁਮਾਨ ਨਾ ਕਰ, ਹੰਕਾਰ ਨਾ ਕਰ, ਕਿਉਂਕਿ ਇਹਨਾਂ ਚੀਜ਼ਾਂ ਨੇ ਇੱਕ ਦਿਨ ਇਸ ਧਰਤੀ ਦੇ ਵਿੱਚ ਇੱਥੇ ਹੀ ਮਿੱਟੀ 'ਤੇ ਹੀ ਦੇ ਵਿੱਚ ਮਿਲ ਜਾਣਾ ਹੈ। ਧਰਤੀ 'ਤੇ ਹੀ ਇਹਨਾਂ ਦਾ ਨਾਸ਼ ਹੋ ਜਾਣਾ ਹੈ, ਕਿਉਂਕਿ ਤੂੰ ਹੀ ਨਾਸ਼ਵਾਨ ਹੈ। ਜਦੋਂ ਮਨੁੱਖ ਨਾਸ਼ਵਾਨ ਹੈ ਅਤੇ ਮਨੁੱਖ ਦੀਆਂ ਪ੍ਰਾਪਤੀਆਂ ਜੋ ਨੇ ਉਹ ਵੀ ਨਾਸ਼ਵਾਨ ਹਨ, ਉਹ ਵੀ ਚਿਰਜੀਵੀ ਨਹੀਂ ਹਨ, ਅਮਰ ਨਹੀਂ ਹਨ, ਥੋੜ੍ਹ ਚਿਰੀਆਂ ਹਨ। ਧਨ ਜੌਬਨ ਥਿਰ ਨਾ ਹੈ ਅੰਤ ਪਛਤਾਹੇਗਾ, ਕਿ ਇਹ ਮਨੁੱਖ ਤੂੰ ਜਿਸ ਦੌਲਤ ਦਾ ਗੁਮਾਨ ਕਰ ਰਿਹਾ ਹੈ, ਜਿਸ ਜੌਬਨ ਦਾ, ਜਵਾਨੀ ਦਾ ਮਾਣ ਕਰ ਰਿਹਾ ਹੈ, ਇਹ ਸਥਿਰ ਨਹੀਂ ਹਨ। ਇਹ ਆਉਣੀ ਜਾਣੀ ਚੀਜ਼ ਹੈ, ਭਾਵ ਨਾ ਤਾਂ ਦੌਲਤ ਜਿਹੜੀ ਕਿਸੇ ਮਨੁੱਖ ਕੋਲ ਸਦਾ ਰਹਿੰਦੀ ਹੈ, ਨਾ ਜਵਾਨੀ ਸਦਾ ਰਹਿੰਦੀ ਹੈ, ਇਹ ਜੋ ਹੈ ਢਲ ਜਾਂਦੀ ਹੈ, ਇਹ ਸਥਿਰ ਨਹੀਂ ਹੈ। ਅੰਤ ਪਛਤਾਹੇਗਾ, ਜਿਸ 'ਤੇ ਤੂੰ ਇੰਨਾ ਗੁਮਾਨ ਕਰ ਰਿਹਾ ਹੈ, ਜਦੋਂ ਉਹ ਚੀਜ਼ ਤੇਰੇ ਕੋਲ ਰਹੀ ਹੀ ਨਾ ਤਾਂ ਫਿਰ ਤੈਨੂੰ ਪਛਤਾਉਣਾ ਪਏਗਾ। ਜੈਸੇ ਕੱਚ ਕੀ ਚੂੜੀ ਤੈਸੇ ਦੇਹ ਹੈ। ਜਿਸ ਤਰ੍ਹਾਂ ਕੱਚ ਦੀ ਚੂੜੀ ਹੁੰਦੀ ਹੈ ਉਹ ਬਹੁਤ ਜਲਦੀ ਟੁੱਟ ਜਾਂਦੀ ਹੈ, ਠੀਕ ਇਸੇ ਤਰ੍ਹਾਂ ਹੀ ਮਨੁੱਖ, ਤੇਰਾ ਸਰੀਰ ਵੀ ਇੱਕ ਕੱਚ ਦੀ ਚੂੜੀ ਦੇ ਸਮਾਨ ਜੋ ਹੈ ਕੱਚਾ ਹੈ। ਇਸ ਨੇ ਵੀ ਇੱਕ ਦਿਨ ਟੁੱਟ ਜਾਣਾ ਹੈ, ਭਾਵ ਖਤਮ ਹੋ ਜਾਣਾ ਹੈ। ਵਜੀਦਾ ਥਿਰ ਸਾਹਿਬ ਕਾ ਨਾਮ ਹੋਰ ਸਭ ਖੇ ਹੈ। ਇਸ ਲਈ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਸਥਿਰ ਜੇ ਕੋਈ ਚੀਜ਼ ਹੈ, ਸਥਾਈ ਕੋਈ ਚੀਜ਼ ਹੈ, ਤਾਂ ਉਹ ਹੈ ਉਸ ਪਰਮਾਤਮਾ ਦੀ ਬੰਦਗੀ, ਉਸ ਦਾ ਨਾਉ, ਭਾਵ ਇਸ ਸੰਸਾਰ ਦੇ ਉੱਤੇ ਕੀਤੇ ਗਏ ਚੰਗੇ ਕਰਮ ਜਿਹੜੇ ਨੇ ਉਹਨਾਂ ਸਦਕਾ ਹੀ ਤੇਰਾ ਨਾਂ ਇਸ ਸੰਸਾਰ 'ਤੇ ਰਹਿਣਾ ਹੈ। ਇਹ ਮਨੁੱਖ, ਇਸ ਲਈ ਹੋਰ ਸਭ ਦੁਨਿਆਵੀ ਚੀਜ਼ਾਂ ਦਾ ਜਿਨ੍ਹਾਂ ਦਾ ਤੂੰ ਗੁਮਾਨ ਕਰ ਰਿਹਾ ਹੈ, ਇਹਨਾਂ ਨੇ ਮਿੱਟੀ 'ਚ ਮਿਲ ਜਾਣਾ ਹੈ। ਇਹ ਸਭ ਖੇ ਹੈ, ਅੰਤ ਜੋ ਹੈ ਇਹਨਾਂ ਨੇ ਰਾਖ ਬਣ ਜਾਣਾ ਹੈ। ਇਸ ਲਈ ਹੇ ਮਨੁੱਖ, ਤੂੰ ਵਕਤ ਰਹਿੰਦਿਆਂ ਸੰਭਲ ਜਾ ਔਰ ਚੰਗੇ ਕਰਮ ਕਰ। ਇਸ ਸੰਸਾਰ ਦੇ ਵਿੱਚ
ਪਰਉਪਕਾਰ ਦੀ ਭਾਵਨਾ ਦੇ ਨਾਲ ਦੂਸਰਿਆਂ ਦੇ ਕੰਮ ਆਉਣ ਦੀ ਕੋਸ਼ਿਸ਼ ਕਰ, ਕਿਉਂਕਿ ਤੇਰੀ ਨੇਕੀ ਜੋ ਹੈ ਇਹੀ ਅੰਤ ਯਾਦ ਰੱਖੀ ਜਾਣੀ ਹੈ। ਤੇਰੀ ਦੌਲਤ, ਤੇਰਾ ਸੁਹੱਪਨ ਜੋ ਹੈ ਉਸਨੇ ਇਸ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਸ਼ਾਹਾਂ ਦੇ ਪੁੱਤਰ ਫਕੀਰ, ਫਕੀਰਾਂ ਦੇ ਦੁਨੀਦਾਰ। ਫਿਰ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਸ਼ਾਹਾਂ ਦੇ ਭਾਵ ਜੋ ਦੌਲਤਮੰਦ ਧਨੀ ਜਿਹੜੇ ਹਨ, ਜਿਹੜੇ ਪੁੱਤਰ ਫਕੀਰ ਭਾਵ ਜਿਹੜੇ ਰਾਜੇ ਮਹਾਰਾਜੇ ਹੋਏ ਹਨ, ਜਿਹੜੇ ਦੁਨੀਆ 'ਤੇ ਰਾਜ ਕਰਦੇ ਰਹੇ ਹਨ, ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਉਹਨਾਂ ਦੇ ਪੁੱਤਰ ਫਕੀਰ, ਫਕੀਰਾਂ ਦੇ ਦੁਨੀਦਾਰ ਭਾਵ ਉਲਟੀ ਗੰਗਾ ਵਹਿ ਰਹੀ ਹੈ। ਸ਼ਾਹਾਂ ਦੇ ਪੁੱਤਰ, ਧਨਾਢਾਂ ਦੇ ਪੁੱਤਰ ਜਿਹੜੇ ਨੇ ਉਹਨਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ ਦੌਲਤ ਤੋਂ, ਔਰ ਫਕੀਰੀ ਧਾਰਨ ਕਰਦੇ ਜਾ ਰਹੇ ਨੇ। ਅਤੇ ਫਕੀਰਾਂ ਦੇ ਦੁਨੀਦਾਰ ਅਤੇ ਫਕੀਰ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜੋ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਤਰ੍ਹਾਂ ਦੇ ਨਾਲ ਧਨਾੜ ਹੁੰਦੇ ਜਾ ਰਹੇ ਨੇ, ਔਰ ਇਹਨਾਂ ਦਾ ਫਿਰ ਦੁਨੀਆ ਦੀ ਜੋ ਧਨ ਦੌਲਤ ਦੇ ਵੱਲ ਮੋਹ ਵੱਧਦਾ ਜਾ ਰਿਹਾ ਹੈ, ਦੁਨੀਆਦਾਰ ਹੁੰਦੇ ਜਾ ਰਹੇ ਨੇ। ਮੁਗਲ ਪਠਾਨਾ ਰਈਅਤ ਖੱਤਰੀ ਊਜਦਾਰ। ਫਿਰ ਬਾਬਾ ਵਜੀਦ ਕਹਿ ਰਹੇ ਨੇ ਕਿ ਮੁਗਲ ਅਤੇ ਪਠਾਨ ਕੌਮਾਂ ਜਿਹੜੀਆਂ ਨੇ, ਜਿਹੜੀਆਂ ਦੁਨੀਆ 'ਤੇ ਰਾਜ ਕਰਦੀਆਂ ਰਹੀਆਂ ਨੇ, ਇਹ ਰਈਅਤ ਭਾਵ ਇਹ ਪ੍ਰਜਾ ਦਾ ਰੂਪ ਧਾਰਨ ਕਰਦੇ ਜਾ ਰਹੇ ਨੇ, ਭਾਵ ਇਹਨਾਂ ਦਾ ਰਾਜ ਭਾਟ ਜੋ ਹੈ ਉਸ 'ਤੇ ਕਬਜ਼ਾ ਨਹੀਂ ਰਿਹਾ, ਇਹਨਾਂ ਦੇ ਹੱਥੋਂ ਖਿਸਕ ਚੁੱਕਿਆ ਹੈ। ਔਰ ਖੱਤਰੀ ਊਜਦਾਰ, ਅਤੇ ਜਿਹੜੇ ਇਹਨਾਂ ਦੀ ਪ੍ਰਜਾ ਸਨ, ਜਿਹੜੇ ਖੱਤਰੀ ਕੌਮ ਜਿਹੜੀ ਸੀ, ਲੋਕ ਜਿਹੜੇ ਸਨ, ਉਹ ਜਿਹੜੇ ਨੇ ਹੁਣ ਆਪਣੀ ਦੌਲਤ ਸਦਕਾ ਰਾਜ ਕਰ ਰਹੇ ਨੇ, ਭਾਵ ਉਲਟਾ ਹੋ ਰਿਹਾ ਹੈ। ਜੋ ਪਹਿਲਾਂ ਹੁੰਦਾ ਸੀ ਉਹ ਖਤਮ ਹੁੰਦਾ ਜਾ ਰਿਹਾ ਹੈ, ਔਰ ਨਵੇਂ ਸਮੀਕਰਨ ਸਥਾਪਿਤ ਹੋ ਰਹੇ ਨੇ ਸਮਾਜ ਦੇ ਵਿੱਚ ਕਿ ਜਿਹੜੇ ਰਾਜੇ ਮਹਾਰਾਜੇ ਸਨ ਉਹ ਤਾਂ ਰਾਜ ਵਿਹਾ ਚੁੱਕੇ ਨੇ, ਪ੍ਰਜਾ ਦਾ ਰੂਪ ਧਾਰਨ ਕਰਦੇ ਜਾ ਰਹੇ ਨੇ, ਅਤੇ ਜਿਹੜੇ ਉਹਨਾਂ ਦੇ ਗੁਲਾਮ ਸਨ ਉਹ ਗੱਦੀ ਦੇ ਮਾਲਕ ਬਣਦੇ ਜਾ ਰਹੇ ਨੇ। ਕੰਚਨ ਕੀਚੈ ਵਸ ਲੋਹੇ ਸੰਗ ਤੋੜੀ ਹੈ। ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਕੰਚਨ ਕੀਚੈ ਵਸ। ਵਜੀਦ ਜੀ ਦੇ ਸ਼ਲੋਕ ਦੀ ਇਸ ਪੰਕਤੀ ਨੂੰ ਅਸੀਂ ਦੋ ਸੰਦਰਭ ਦੇ ਵਿੱਚ ਰੱਖ ਕੇ ਵੇਖ ਸਕਦੇ ਹਾਂ। ਇੱਕ ਤਾਂ ਸਿੱਧਾ ਜਿਹਾ ਅਰਥ ਹੈ ਕਿ ਕੰਚਨ ਕੀਚੈ ਵਸ ਲੋਹੇ ਸੰਗ ਤੋੜੀ ਹੈ, ਕਿ ਕੰਚਨ ਤੋਂ ਭਾਵ ਹੈ ਸੋਨਾ, ਕਿ ਜੇਕਰ ਅਸੀਂ ਸੋਨੇ ਦਾ ਕੋਈ ਗਹਿਣਾ ਬਣਾ ਲੈਂਦੇ ਹਾਂ, ਸੋਨੇ ਨੂੰ ਇੱਕ ਨਵੀਂ ਇੱਕ ਸ਼ੇਪ ਦੇ ਲੈਂਦੇ ਹਾਂ, ਅਤੇ ਸੋਨੇ ਨੂੰ ਜੇਕਰ ਤੋੜਨਾ ਹੋਵੇ ਤਾਂ ਸੋਨੇ ਨੂੰ ਸੋਨੇ ਨਾਲ ਤੋੜਿਆ ਨਹੀਂ ਜਾ ਸਕਦਾ, ਉਸ ਨੂੰ ਲੋਹੇ ਦੇ ਨਾਲ ਹੀ ਤੋੜਿਆ ਜਾ ਸਕਦਾ ਹੈ। ਭਾਵ ਸੋਨੇ ਦਾ ਆਭੂਸ਼ਣ ਬਣਾਉਣ ਦੇ ਲਈ ਲੋਹੇ ਦੇ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ। ਅਤੇ ਦੂਜੇ ਪਾਸੇ ਇਸ ਨੂੰ ਇਸ ਨਜ਼ਰੀਏ ਤੋਂ ਵੀ ਵੇਖਿਆ ਜਾ ਸਕਦਾ ਹੈ ਕਿ ਕੰਚਨ ਕੀਚੈ ਵਸ, ਜੇਕਰ ਅਸੀਂ ਉਤਲੀਆਂ ਸਤਰਾਂ ਨੂੰ ਮੱਦੇਨਜ਼ਰ ਰੱਖ ਕੇ ਇਸ ਸਤਰ ਨੂੰ ਵੀ ਉਹਨਾਂ ਦੇ ਨਾਲ ਅਸੀਂ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਕੰਚਨ ਕੀਚੈ ਵਸ, ਕਿ ਕੰਚਨ ਭਾਵ ਸੋਨੇ ਜਿਹੇ ਕੀਮਤੀ ਜੋ ਵਿਦਵਾਨ ਜਾਂ ਚੰਗੀ ਵਿਚਾਰਧਾਰਾ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਵਸ, ਆਪਣੇ ਗੁਲਾਮ ਕੀਤਾ ਜਾ ਰਿਹਾ ਹੈ, ਔਰ ਜੋ ਲੋਹੇ ਭਾਵ ਥੋਥੀ ਵਿਚਾਰਧਾਰਾ ਵਾਲੇ ਜੋ ਕੂੜ ਦੇ ਪ੍ਰਚਾਰਕ ਨੇ ਉਹ ਉਹਨਾਂ 'ਤੇ ਹਾਵੀ ਹੁੰਦੇ ਜਾ ਰਹੇ ਨੇ। ਵਜੀਦਾ ਕਲਮ ਰਬਾਣੀ ਵਗੀ ਕਿਨੇ ਨੇ ਮੋੜੀ ਹੈ। ਅਤੇ ਇਸ ਦੇ ਵਿੱਚ ਵੀ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਇਹ ਕੋਈ ਰੱਬ ਦੀ ਇਹੋ ਜਿਹੀ ਕੋਈ ਕਰਾਮਾਤ ਹੈ, ਕੋਈ ਚੋਜ ਹੈ, ਇਹ ਕੋਈ ਇਹੋ ਜਿਹੇ ਲੇਖ ਲਿਖੇ ਗਏ ਹਨ ਸਾਰੀ ਹਯਾਤੀ ਦੇ ਜਾਂ ਸ੍ਰਿਸ਼ਟੀ ਦੇ, ਇਹ ਕੋਈ ਰੱਬੀ ਮਿਹਰ ਕਹਿ ਸਕਦੀ ਹੈ ਕਿ ਜੋ ਵਾਹ ਵਗੀ ਹੋਈ ਹੈ, ਜਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ, ਇਸ ਨੂੰ ਬਦਲਣਾ ਜੋ ਹੈ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਅਜਿਹੇ ਮਾਹੌਲ ਦੇ ਵਿੱਚ ਹਰ ਮਨੁੱਖ ਜਿਹੜਾ ਹੈ ਉਹ ਆਪਣੇ ਸੁਭਾਅ ਤੋਂ ਉਲਟ ਕਰਮ ਕਰਨ ਦੇ ਵਿੱਚ ਰੁੱਝ ਗਿਆ ਹੈ, ਔਰ ਅਜਿਹੀ ਸਥਿਤੀ ਦੇ ਵਿੱਚ ਮਨੁੱਖ ਦੇ ਉੱਤੇ ਕਿਸੇ ਦਾ ਵੱਸ ਨਹੀਂ ਚੱਲ ਰਿਹਾ, ਔਰ ਮਨੁੱਖ ਜੋ ਹੈ ਇਸ ਦੇ ਪ੍ਰਤੀ ਰੱਬ ਨੂੰ ਵੀ ਕੋਈ ਉਲਾਮਾ ਨਹੀਂ ਦੇ ਸਕਦਾ, ਕਿਉਂਕਿ ਮਨੁੱਖ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਉਹ ਰੱਬ ਨੂੰ ਜਾਂ ਉਸ ਕਾਦਰ ਨੂੰ, ਕੁਦਰਤ ਨੂੰ ਕਹਿ ਨਹੀਂ ਸਕਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ ਜਾਂ ਕਿਉਂ ਕੀਤਾ ਜਾ ਰਿਹਾ ਹੈ, ਕਿਉਂਕਿ ਮਨੁੱਖ ਦੇ ਹੱਥ ਵੱਸ ਕੁਝ ਹੈ ਹੀ ਨਹੀਂ। ਮਨ ਕੰਚਰ ਮਦਮਤ ਨੈ ਮਾਰਿਓ ਨਾਮ ਸਿਓ। ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਇਹ ਮਨੁੱਖ, ਤੇਰਾ ਮਨ ਜੋ ਹੈ ਇਹ ਕੰਚਰ ਮਦਮਤ, ਜਿਵੇਂ ਇੱਕ ਮਸਤ ਹਾਥੀ ਹੁੰਦਾ ਹੈ, ਜੇਕਰ ਮਸਤ ਹਾਥੀ ਜਿਹੜਾ ਹੈ ਉਸ ਨੂੰ ਵਸ ਵਿੱਚ ਨਾ ਕਰੀਏ
ਤਾਂ ਉਹ ਸਮਾਜ ਦਾ ਨੁਕਸਾਨ ਕਰਦਾ ਹੈ। ਠੀਕ ਇਸੇ ਤਰ੍ਹਾਂ ਮਨ ਜਿਹੜਾ ਹੈ ਉਹ ਇੱਕ ਪਾਗਲ ਹਾਥੀ ਵਾਂਗ ਹੈ। ਇਸ ਨੂੰ ਵਸ ਵਿੱਚ ਕਰਨਾ ਬਹੁਤ ਜ਼ਰੂਰੀ ਹੈ, ਔਰ ਮਨ ਨੂੰ ਵਸ ਵਿੱਚ ਕਰਨ ਦੇ ਲਈ ਉਸ ਨੂੰ ਚੰਗੇ ਪਾਸੇ ਲਾਉਣਾ ਬਹੁਤ ਜ਼ਰੂਰੀ ਹੈ। ਮਾਰਿਓ ਨਾਮ ਸਿਓ, ਕਿਉਂਕਿ ਚੰਗੇ ਕਰਮਾਂ ਦੇ ਕਰਕੇ ਜਾਂ ਚੰਗੇ ਕਰਮਾਂ ਦੇ ਵਿੱਚ ਆਪਣੇ ਮਨ ਨੂੰ ਖੋਭ ਕੇ, ਆਪਣੇ ਮਨ ਦੇ ਵਿੱਚ ਚੰਗੇ ਚੰਗੇ ਵਿਚਾਰ ਪੈਦਾ ਕਰਕੇ ਹੀ ਮਨ ਨੂੰ ਚੰਗੇ ਪਾਸੇ ਲਾਇਆ ਜਾ ਸਕਦਾ ਹੈ। ਗਿਆਨ ਖੜਗ ਲੈ ਹਾਥ ਨਾ ਜੂਝਿਓ ਕਾਮ ਸਿਓ, ਕਿ ਇਹ ਮਨੁੱਖ ਜੇਕਰ ਤੈਨੂੰ ਵਕਤ ਸਿਰ ਜੋ ਹੈ ਗਿਆਨ ਨਾ ਹੋਇਆ, ਔਰ ਗਿਆਨ ਰੂਪੀ ਖੜਗ ਜੇਕਰ ਤੂੰ ਹੱਥ ਵਿੱਚ ਲੈ ਕੇ ਆਪਣੀਆਂ ਗਿਆਨ ਇੰਦਰੀਆਂ ਨੂੰ ਵਸ ਵਿੱਚ ਨਾ ਕੀਤਾ, ਤਨ ਮਨ ਇੰਦਰੀ ਜੀਤ ਨਾ ਖੇਲਿਓ ਸ਼ਿਆਮ ਸਿਓ, ਜੇਕਰ ਤੂੰ ਆਪਣਾ ਤਨ ਮਨ ਅਤੇ ਇੰਦਰੀਆਂ ਨੂੰ ਜਿੱਤਣ ਦੇ ਵਿੱਚ ਕਾਮਯਾਬ ਨਾ ਹੋ ਸਕਿਓ, ਤਾਂ ਤੇਰਾ ਇਸ ਸੰਸਾਰ ਦੇ ਵਿੱਚ ਕੋਈ ਮੁੱਲ ਨਹੀਂ ਪੈਣਾ। ਕਿਉਂਕਿ ਮਨੁੱਖ ਹੋਣ ਸਦਕਾ ਤੇਰੀ ਸਭ ਤੋਂ ਵੱਡੀ ਖੂਬੀ ਹੀ ਇਹ ਹੈ ਇਸ ਸੰਸਾਰ ਦੇ ਵਿੱਚ ਕਿ ਤੇਰੇ ਕੋਲ ਸੋਚਣ ਸਮਝਣ ਦੀ ਸ਼ਕਤੀ ਹੈ। ਜੇਕਰ ਤੂੰ ਆਪਣੀ ਬੁੱਧੀ ਦਾ, ਆਪਣੀ ਸਮਝ ਦਾ ਸਦ ਉਪਯੋਗ ਨਾ ਕੀਤਾ, ਔਰ ਆਪਣੀ ਬੁੱਧੀ ਦੇ ਅਨੁਸਾਰ ਆਪਣੇ ਮਨ 'ਤੇ ਜੋ ਹੈ ਕੰਟਰੋਲ ਨਾ ਕੀਤਾ, ਇਸ ਨੂੰ ਆਪਣੇ ਵਸ ਵਿੱਚ ਨਾ ਕੀਤਾ, ਤਾਂ ਤੇਰਾ ਇਸ ਸੰਸਾਰ ਦੇ ਵਿੱਚ ਜੋ ਆਉਣ ਦਾ ਮਕਸਦ ਸੀ ਉਹ ਕਦੇ ਵੀ ਸਫਲ ਨਹੀਂ ਹੋ ਸਕੇਗਾ। ਬਜੀਦਾ ਕੌਣ ਬਸ ਲੈ ਹਾਥ ਮਿਲੇਗਾ ਆਰਾਮ ਸਿਓ, ਕਿਉਂਕਿ ਜੇਕਰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੂੰ ਆਪਣੇ ਮਨ ਤਨ ਅਤੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਕਰਕੇ ਉਸ ਪ੍ਰਭੂ ਦੇ ਨਾਮ ਦੇ ਰੰਗ ਦੇ ਵਿੱਚ ਚੰਗੇ ਕਰਮਾਂ ਦੇ ਵਿੱਚ ਨਾ ਲੀਨ ਹੋਇਆ, ਤਾਂ ਤੂੰ ਇਸ ਸੰਸਾਰ ਤੋਂ ਖਾਲੀ ਹੱਥ ਰੁਖਸਤ ਕਰੇਗਾ। ਫਿਰ ਜਦੋਂ ਇਸ ਸੰਸਾਰ ਤੋਂ ਤੇਰਾ ਜੋ ਹੈ ਇਸ ਸੰਸਾਰ ਤੋਂ ਰੁਖਸਤ ਕਰੇਗਾ, ਬਜੀਦਾ ਕੌਣ ਬਸਤ ਲੈ ਹਾਥ ਮਿਲੇਗਾ ਆਰਾਮ ਸਿਓ, ਫਿਰ ਤੂੰ ਆਪਣੇ ਪ੍ਰੀਤਮ ਪਿਆਰੇ ਨੂੰ ਖਾਲੀ ਹੱਥ ਜਾ ਕੇ ਮਿਲੇਗਾ, ਤਾਂ ਤੈਨੂੰ ਬਹੁਤ ਸ਼ਰਮਿੰਦਗੀ ਉਠਾਉਣੀ ਪਏਗੀ। ਕਿਉਂਕਿ ਇਸ ਸੰਸਾਰ ਦੇ ਵਿੱਚ ਰਹਿ ਕੇ ਤੂੰ ਕੋਈ ਚੰਗਾ ਕਰਮ ਹੀ ਨਹੀਂ ਕੀਤਾ। ਜੇਕਰ ਤੇਰੇ ਕੋਲ ਕੋਈ ਕਰਮਾਂ ਰੂਪੀ ਪੂੰਜੀ ਨਹੀਂ ਹੋਏਗੀ, ਤਾਂ ਤੂੰ ਖਾਲੀ ਹੱਥ ਇਸ ਸੰਸਾਰ ਤੋਂ ਰੁਖਸਤ ਕਰੇਗਾ, ਅਤੇ ਤੂੰ ਉਸ ਪ੍ਰਭੂ, ਉਸ ਪਰਮਾਤਮਾ ਜਾਂ ਉਸ ਕਾਦਰ ਦੇ ਦਰ 'ਤੇ ਜਾ ਕੇ ਕਿਹੜੇ ਮੂੰਹ ਉਸ ਦੇ ਨਾਲ ਨਜ਼ਰਾਂ ਮਿਲਾਏਗਾ। ਮਨ ਕੰਚਰ ਮਦਮਤ ਮਰੇ ਤਿਉ ਮਾਰੀਏ। ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਤੇਰਾ ਮਨ ਜੋ ਹੈ ਇੱਕ ਮਸਤ ਹਾਥੀ ਵਾਂਗ ਜੋ ਹੈ, ਸ਼ਰਾਬੀ ਹਾਥੀ ਵਾਂਗ ਜੋ ਹੈ, ਇਸ ਨੂੰ ਜੇਕਰ ਵਸ ਵਿੱਚ ਕਰ ਸਕੇ ਤਾਂ ਬਹੁਤ ਚੰਗੀ ਗੱਲ ਹੈ। ਕਿਉਂਕਿ ਮਨ ਨੂੰ ਮਾਰਨਾ ਤੇਰੇ ਲਈ ਬਹੁਤ ਜ਼ਰੂਰੀ ਹੈ। ਮਨ ਮਾਰਨਾ ਭਾਵ ਮਨ ਨੂੰ ਵਸ ਵਿੱਚ ਕਰਨਾ, ਮਨ ਨੂੰ ਵਸ ਵਿੱਚ ਕਰਕੇ ਚੰਗੇ ਪਾਸੇ ਲਾਉਣਾ, ਇਹ ਮਨੁੱਖ ਹੋਣ ਦਾ ਸਭ ਤੋਂ ਵੱਡਾ ਫਰਜ਼ ਹੈ ਤੇਰਾ। ਕਾਮ ਕਲੰਕ ਕਲੇਸ਼ ਟਰੈ ਤਿਉ ਟਾਰੀਐ। ਫਿਰ ਬਾਬਾ ਵਜੀਦ ਜੀ ਕਹਿ ਰਹੇ ਨੇ ਕਿ ਹੇ ਮਨੁੱਖ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੇਕਰ ਤੂੰ ਆਪਣੀਆਂ ਕਾਮ ਬਿਰਤੀਆਂ ਦੇ ਉੱਤੇ ਕਲੰਕ ਅਤੇ ਕਲੇਸ਼ ਦੇ ਉੱਤੇ ਵਸ ਵਿੱਚ ਰੱਖ ਲਵੇਂ, ਇਹਨਾਂ ਤਿੰਨਾਂ ਚੀਜ਼ਾਂ ਨੂੰ, ਕਾਮ ਕਲੰਕ ਅਤੇ ਕਲੇਸ਼ ਜੋ ਹੈ, ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖਦਿਆਂ ਹੋਇਆਂ ਜਿੰਨਾ ਵੀ ਹੋ ਸਕੇ ਇਹਨੂੰ ਟਰੈ ਭਾਵ ਇਹਨੂੰ ਟਾਲਣ ਦੀ ਕੋਸ਼ਿਸ਼ ਕਰੇ ਤਾਂ ਚੰਗਾ ਹੈ। ਇਹ ਤਿੰਨੇ ਚੀਜ਼ਾਂ ਕਾਮ ਕਲੰਕ ਅਤੇ ਕਲੇਸ਼ ਜੋ ਹੈ, ਜਿੰਨਾ ਵੀ ਟਾਲਿਆ ਜਾਏ ਚੰਗੀ ਗੱਲ ਹੈ। ਸਾਧ ਜਨਾਂ ਸਿਓ ਪ੍ਰੀਤ ਪਲੈ ਤਿਉ ਪਾਲੀਏ। ਔਰ ਚੰਗੇ ਮਨੁੱਖਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪ੍ਰੀਤ ਪਾਉਣਾ, ਲਗਾਵ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਚੰਗਾ ਸਾਧ ਜਨ ਜਿਹੜੇ ਨੇ, ਚੰਗੀ ਸੰਗਤ ਜੋ ਹੈ ਤੈਨੂੰ ਚੰਗੇ ਕਰਮ ਕਰਨ ਦੇ ਲਈ ਪ੍ਰੇਰਿਤ ਕਰੇਗੀ। ਬਜੀਦਾ ਆਰਾਮ ਭਜਨ ਸਿਓ ਦੇਹ ਗਲੈ ਤਿਉ ਗਾਲੀਏ। ਫਿਰ ਬਾਬਾ ਵਜੀਦ ਜੀ ਨੇ ਅੰਤ ਦੇ ਵਿੱਚ ਹੈ, ਕਿਉਂਕਿ ਮਨੁੱਖ ਨੂੰ ਪ੍ਰਭੂ ਭਗਤੀ ਦੇ ਨਾਲ ਜੁੜਨ ਦੀ ਵੀ ਇਹਨਾਂ ਸ਼ਲੋਕਾਂ ਦੇ ਵਿੱਚ ਪ੍ਰੇਰਨਾ ਦਿੱਤੀ ਹੈ ਬਾਬਾ ਵਜੀਦ ਜੀ ਨੇ। ਕਿਉਂਕਿ ਮੂਲ ਰੂਪ ਦੇ ਵਿੱਚ ਉਹ ਇੱਕ ਸੂਫੀ ਕਵੀ ਨੇ, ਔਰ ਉਹਨਾਂ ਨੇ ਆਪਣੇ ਇਸ ਸ਼ਲੋਕ ਦੇ ਵਿੱਚ ਮਨੁੱਖ ਨੂੰ ਰਾਮ ਭਜਨ ਭਾਵ ਪ੍ਰਭੂ ਦੀ ਬੰਦਗੀ ਕਰਦਿਆਂ ਹੋਇਆਂ ਜੇਕਰ ਇਹ ਸਰੀਰ ਵੀ ਗਲ ਜਾਵੇ, ਭਾਵ ਸਰੀਰ ਨੂੰ ਵੀ ਲੇਖੇ ਲਾਉਣਾ ਪਵੇ, ਤਾਂ ਕਿਉਂਕਿ ਇਹ ਸਰੀਰ ਜੋ ਹੈ ਹੀ ਨਾਸ਼ਵਾਨ, ਜਦੋਂ ਇਸਨੇ ਨਾਸ਼ ਹੋ ਹੀ ਜਾਣਾ ਹੈ, ਤਾਂ ਫਿਰ ਕਿਉਂ ਨਾ ਇਸ ਨੂੰ ਕਿਸੇ ਚੰਗੇ ਮਕਸਦ ਦੇ ਲਈ ਇਸ ਦਾ ਬਣਾ ਹੋਵੇ। ਜੇਕਰ ਨਾਸ਼ ਹੋਣਾ ਹੀ ਹੈ, ਇਸਨੇ ਖਤਮ ਹੋਣਾ ਹੀ ਹੈ, ਅਤੇ
ਇਸ ਦੇ ਖਤਮ ਹੋਣ ਤੋਂ ਵੀ ਅਸੀਂ ਕੁਝ ਲਾਹਾ ਲੈ ਸਕੀਏ, ਕੁਝ ਪ੍ਰਾਪਤੀ ਕਰ ਸਕੀਏ। ਵਜੀਦਾ ਰਾਮ ਭਜਨ ਸਿਉ ਦੇਹ ਗਲੇ ਤੋਂ ਗਾਲੀਏ। ਇਸ ਲਈ ਇਹ ਦੇਹ ਜਿਸ ਨੇ ਮਿੱਟੀ ਦੇ ਵਿੱਚ ਮਿਲ ਹੀ ਜਾਣਾ ਹੈ, ਅਤੇ ਜੇਕਰ ਇਸ ਦੇਹ ਦੇ ਬਦਲੇ ਕੋਈ ਚੰਗੇ ਕਰਮ, ਕੋਈ ਬੰਦਗੀ ਦੀ ਪ੍ਰਾਪਤੀ ਹੋ ਸਕਦੀ ਹੋਵੇ ਤਾਂ ਇਹ ਸੌਦਾ ਕੋਈ ਮਹਿੰਗਾ ਨਹੀਂ ਹੋਵੇਗਾ। ਇਕਨਾ ਦੇ ਘਰ ਪੁੱਤਰ ਨਾਲੇ ਪੋਤਰੇ, ਇਹ ਅੰਤਿਮ ਸ਼ਲੋਕ ਹੈ ਬਾਬਾ ਵਜੀਦ ਜੀ ਦਾ BA ਭਾਗ ਦੂਜਾ ਦੇ ਸਿਲੇਬਸ ਦੇ ਵਿੱਚ। ਇਸ ਸ਼ਲੋਕ ਦੇ ਵਿੱਚ ਬਾਬਾ ਵਜੀਦ ਜੀ ਲਿਖਦੇ ਹਨ ਕਿ ਇਕਨਾ ਦੇ ਘਰ ਪੁੱਤਰ ਨਾਲੇ ਪੋਤਰੇ, ਕਿ ਇਸ ਸੰਸਾਰ ਦੇ ਵਿੱਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਹੈ, ਔਰ ਪੁੱਤਰਾਂ ਦਾ ਅੱਗੋਂ ਘਰ ਪਰਿਵਾਰ ਵੱਧ ਫੁੱਲ ਰਿਹਾ ਹੈ, ਇਸ ਸੰਸਾਰ ਦੇ ਨਾਲ ਸਾਂਝ ਵੱਧ ਰਹੀ ਹੈ। ਇਕਨਾ ਦੇ ਘਰ ਧੀਆਂ ਬਹੁਤੇ ਦੋਤਰੇ। ਫਿਰ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਧੀਆਂ ਦੀ ਦਾਤ ਬਖਸ਼ੀ ਹੈ, ਧੀਆਂ ਹਨ, ਅੱਗੋਂ ਉਹਨਾਂ ਦੇ ਵੀ ਪਰਿਵਾਰ ਵੱਧ ਫੁੱਲ ਰਹੇ ਹਨ, ਬੜੇ ਰੰਗ ਭਾਗ ਲੱਗੇ ਹੋਏ ਹਨ, ਪਰਮਾਤਮਾ ਨੇ ਲਾਏ ਹੋਏ ਹਨ। ਇਕਨਾ ਦੇ ਘਰ ਇੱਕ ਸੋ ਵੀ ਜਾਏ ਮਰ। ਫਿਰ ਬਾਬਾ ਵਜੀਦ ਜੀ ਕਹਿ ਰਹੇ ਨੇ, ਪਰ ਦੂਜੇ ਪਾਸੇ ਇੱਕ ਅਜਿਹੇ ਮਨੁੱਖ ਵੀ ਹੁੰਦੇ ਹਨ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਇੱਕੋ ਇੱਕ ਔਲਾਦ ਦੀ ਬਖਸ਼ਿਸ਼ ਕਰਦਾ ਹੈ, ਔਰ ਉਹ ਵੀ ਖੋ ਲੈਂਦਾ ਹੈ। ਇਕਨਾ ਦੇ ਘਰ ਇੱਕ ਸੋ ਵੀ ਜਾਏ ਮਰ, ਇੱਕ ਹੀ ਔਲਾਦ ਬਖਸ਼ਦਾ ਹੈ ਔਰ ਉਹ ਵੀ ਮਰ ਜਾਂਦੀ ਹੈ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਪਰ ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ ਹੈ। ਮਨੁੱਖ ਜੋ ਹੈ ਉਸ ਪ੍ਰਭੂ ਦੇ ਭਾਣੇ ਅੱਗੇ ਲਾਚਾਰ ਹੈ। ਮਨੁੱਖ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰਿਕ ਜੀਵਾਂ ਦੇ ਨਾਲ ਜੋ ਹੈ ਬਹਿਸ ਕਰਦਾ ਹੈ, ਉਹਨਾਂ ਨੂੰ ਬੁਰਾ ਭਲਾ ਕਹਿੰਦਾ ਹੈ, ਉਹਨਾਂ ਨੂੰ ਸਲਾਹਾਂ ਦਿੰਦਾ ਹੈ, ਉਹਨਾਂ ਨੂੰ ਆਪਣੀਆਂ ਜੋ ਅਸੂਲ ਨੇ ਆਪਣੇ ਵਿਚਾਰਾਂ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਭਾਵ ਇਸ ਸੰਸਾਰ ਦੇ ਉੱਤੇ ਮਨੁੱਖ ਜੋ ਹੈ ਆਪਣੀ ਮਰਜ਼ੀ ਅਨੁਸਾਰ ਜਿਸ ਤਰ੍ਹਾਂ ਵੀ ਸੰਸਾਰ ਦੇ ਵਿੱਚ ਪਰਿਵਰਤਨ ਕਰਨਾ ਚਾਹੁੰਦਾ ਹੈ ਉਹ ਕਰਦਾ ਹੈ, ਪਰ ਉਸ ਪਰਮਾਤਮਾ ਦੇ ਅੱਗੇ ਮਨੁੱਖ ਦਾ ਕੋਈ ਵਸ ਨਹੀਂ ਜਾਂਦਾ। ਉਸ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਕਿ ਤੂੰ ਅਜਿਹਾ ਕਿਉਂ ਕਰ ਰਿਹਾ ਹੈ ਜਾਂ ਕਿਉਂ ਕੀਤਾ ਹੈ। ਭਾਵ ਕੁਝ ਮਨੁੱਖ ਜਿਹੜੇ ਨੇ ਇਸ ਸਮਾਜ ਦੇ ਵਿੱਚ ਜਿਨ੍ਹਾਂ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਪੁੱਤਰਾਂ ਪੋਤਰਿਆਂ ਦੀਆਂ, ਦੂਜੇ ਅਜਿਹੇ ਹਨ ਜਿਨ੍ਹਾਂ ਦੇ ਘਰ ਧੀਆਂ ਅਤੇ ਅੱਗੋਂ ਉਹਨਾਂ ਦੇ ਹੱਸਦੇ ਖੇਡਦੇ ਪਰਿਵਾਰ ਹਨ, ਪਰ ਕਈਆਂ ਦੇ ਘਰ ਇੱਕ ਹੈ ਤਾਂ ਉਹ ਵੀ ਖਤਮ ਹੋ ਗਿਆ ਹੈ, ਔਰ ਉਹਨਾਂ ਦੇ ਦੁੱਖਾਂ ਦੀ ਜਿਹੜੀ ਇੰਤਹਾ ਹੈ ਉਸ ਨੂੰ ਮਹਿਸੂਸ ਕਰਦਾ ਹੋਇਆ ਕਵੀ ਕਹਿ ਰਿਹਾ ਹੈ ਕਿ ਮਨੁੱਖ ਆਪਣੇ ਆਪ ਨੂੰ ਭਾਵੇਂ ਕਿੰਨਾ ਵੀ ਸਰਵ ਸ਼ਕਤੀਮਾਨ ਸਮਝੇ, ਪਰ ਜੀਵਨ ਅਤੇ ਮੌਤ ਦੋਵੇਂ ਸਿਰੇ ਜਿਹੜੇ ਹਨ ਉਹ ਮਨੁੱਖ ਦੇ ਹੱਥ ਵੱਸ ਨਹੀਂ ਹਨ। ਇਹ ਰਹੱਸ ਸਿਰਫ ਕੁਦਰਤ ਉਹ ਕਾਦਰ ਹੀ ਜਾਣਦਾ ਹੈ ਕਿ ਉਸਨੇ ਕਿਸੇ ਮਨੁੱਖ ਨੂੰ ਕਿੰਨੇ ਕੁ ਦੇ ਵਿੱਚ ਰੱਖਣਾ ਹੈ। ਇਹ ਮਨੁੱਖ ਦੀ ਜੋ ਹੈ ਇੱਕ ਹਾਰ ਹੈ ਉਸ ਕਾਦਰ ਦੇ ਅੱਗੇ ਕਿ ਆਪਣੇ ਆਪ ਨੂੰ ਇਸ ਸੰਸਾਰ ਦਾ ਮਾਲਕ ਸਮਝਣ ਦੇ ਬਾਵਜੂਦ ਵੀ ਮਨੁੱਖ ਜੋ ਹੈ ਉਸ ਕਾਦਰ ਦੇ ਅੱਗੇ, ਉਸ ਕੁਦਰਤ ਦੇ ਅੱਗੇ, ਉਸ ਬ੍ਰਹਮੰਡੀ ਜੋਤ ਦੇ ਅੱਗੇ ਜੋ ਹੈ ਹਾਰ ਜਾਂਦਾ ਹੈ, ਉਸ ਦਾ ਕੋਈ ਵਸ ਨਹੀਂ ਚੱਲਦਾ। ਪਰ ਇਸ ਦੇ ਬਾਵਜੂਦ ਵੀ ਉਹ ਕੁਝ ਕੁਛ ਨਹੀਂ ਸਕਦਾ, ਉਸ ਦਾ ਵਿਗਾੜ ਵੀ ਨਹੀਂ ਸਕਦਾ, ਉਸ ਨੂੰ ਕਹਿ ਵੀ ਨਹੀਂ ਸਕਦਾ ਕਿ ਅਜਿਹਾ ਤੂੰ ਕਿਉਂ ਕੀਤਾ, ਕਿਉਂਕਿ ਜੇਕਰ ਕਹੇਗਾ ਵੀ ਤਾਂ ਉਸ 'ਤੇ ਕੋਈ ਅਸਰ ਹੀ ਨਹੀਂ ਹੋਣਾ। ਇਹ ਤਾਂ ਮਨੁੱਖ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਸਨੇ ਉਸ ਕਾਦਰ ਦੀਆਂ ਦਿੱਤੀਆਂ ਹੋਈਆਂ ਨਿਆਮਤਾਂ ਨੂੰ ਜੋ ਹੈ ਕਿਸ ਨਜ਼ਰੀਏ ਤੋਂ ਗ੍ਰਹਿਣ ਕਰਨਾ ਹੈ। ਸੋ ਉਮੀਦ ਹੈ ਕਿ ਬਾਬਾ ਵਜੀਦ ਜੀ ਦੇ ਸ਼ਲੋਕ ਜਿਹੜੇ ਨੇ ਸੰਪੂਰਨ ਸ਼ਲੋਕ ਜੋ ਅੱਜ ਦੀ ਵੀਡੀਓ ਦੇ ਵਿੱਚ ਸੰਪੂਰਨ ਹੋ ਗਏ ਨੇ ਇਹ ਵਿਦਿਆਰਥੀਆਂ ਨੂੰ ਬਹੁਤ ਚੰਗੇ ਢੰਗ ਦੇ ਨਾਲ ਸਮਝ ਆ ਗਏ ਹੋਣਗੇ ਔਰ ਆ ਜਾਣੇ ਚਾਹੀਦੇ ਨੇ। ਫਿਰ ਵੀ ਜੇਕਰ ਕੋਈ ਗੁੰਜਾਇਸ਼ ਹੋਵੇ ਤਾਂ ਵਿਦਿਆਰਥੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਦੱਸ ਸਕਦੇ ਨੇ। ਮਿਲਾਂਗੇ ਕਿਸੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।